ਨੈਕਸਟ ਪਾਰਟ 'ਚ ਐਕਸਰਸਾਈਜ਼ ਕਰਦੇ ਹਾਂ 5th C। ਇਹਦਾ ਕੁਐਸਚਨ ਹੈਗਾ ਫਸਟ ਦਾ ਥਰਡ ਪਾਰਟ। ਰਾਜੇ ਇੱਕ ਲਾਈਨ ਦਿੱਤੀ ਹੋਈ ਹੈ, ਇਕੁਏਸ਼ਨ ਗਿਵਨ ਇਕੁਏਸ਼ਨ ਆਫ ਪੈਰਾਬੋਲਾ ਦਿੱਤੀ ਹੋਈ ਹੈ। ਐਂਡ ਇੱਕ ਲਾਈਨ ਦਿੱਤੀ ਹੋਈ ਆ। ਇਹ ਕਹਿੰਦੇ ਚੈੱਕ ਕਰੋ ਵੀ ਇਹ ਲਾਈਨ, ਸੌਰੀ ਇੱਧਰ ਹੀ ਆ ਇਹ ਲਾਈਨ ਇਹਦੇ ਤੇ ਟੈਂਜੈਂਟ ਆ ਤੇ ਪੁਆਇੰਟ ਆਫ ਕੰਟੈਕਟ ਵੀ ਲੱਭੋ। ਰਾਜੇ ਕੰਡੀਸ਼ਨ ਆਫ ਟੈਂਜੈਂਸੀ ਨਾਲ ਚੈੱਕ ਕਰ ਸਕਦੇ ਹਾਂ। ਉਸੇ ਆਰਟੀਕਲ 'ਚ ਆਪਾਂ ਪੁਆਇੰਟ ਆਫ ਕੰਟੈਕਟ ਵੀ ਲੱਭੇ ਸੀ, ਠੀਕ ਆ। ਪੁਆਇੰਟ ਆਫ ਕੰਟੈਕਟ ਉੱਥੇ ਕੰਪੇਅਰ ਕਰਕੇ M ਨਾਲ C ਨਾਲ A ਨਾਲ ਕੰਪੇਅਰ ਕਰਕੇ ਆਪਾਂ ਕਰ ਸਕਦੇ ਹਾਂ। ਛੋਟਾ ਜਿਹਾ ਕੁਐਸਚਨ ਬਣ ਜਾਊਗਾ। ਜ਼ਿਆਦਾਤਰ ਇਹੋ ਜਿਹੇ ਕੁਐਸਚਨ ਪੇਪਰ 'ਚ ਘੱਟ ਚਾਂਸ ਆ। ਕਿਉਂ ਘੱਟ ਚਾਂਸ ਆ? ਕਿਉਂਕਿ ਇਹ ਬਹੁਤ ਛੋਟੇ ਆ ਅਤੇ ਸੌਖੇ ਆ। ਪਰ ਜਿਵੇਂ ਆਪਾਂ ਇਹ ਐਗਜ਼ਾਮਪਲਾਂ ਕਰਦੇ ਆ ਜਾਂ ਡਾਇਰੈਕਟ ਕਰਦੇ ਆ, ਮੇਰੇ ਅਕੋਰਡਿੰਗ ਜਿਵੇਂ ਆਪਾਂ ਕਹਿ ਲਓ ਕਿ ਇਸ ਸਲੋਪ ਵਾਲੇ ਇਹਦੇ 'ਤੇ ਟੈਂਜੈਂਟ ਡਰੋ ਕਰਨੀ ਹੈ, ਕਿੰਨੇ ਬਣਨਗੇ, ਕਿਹੜੇ ਕਿਹੜੇ ਬਣਨਗੇ। ਬਹੁਤ ਤਰੀਕੇ ਹੁੰਦੇ ਆ ਰਾਜੇ ਕੱਢਣ ਦੇ। 1 ਸਲੋਪ ਵਾਲੇ ਟੈਂਜੈਂਟ ਦੇਖਣੇ ਆ ਨਾ। ਸੋ 1 ਸਲੋਪ ਵਾਲੇ ਦਾ ਟੈਂਜੈਂਟ ਰਾਜੇ ਜੇ ਇੱਥੇ ਮੈਂ ਕਰਕੇ ਦਿਖਾਵਾਂ ਤੁਹਾਨੂੰ, ਜਿਵੇਂ 1 ਸਲੋਪ ਵਾਲਾ ਟੈਂਜੈਂਟ ਕੀ ਹੋਊਗਾ, M ਦੀ ਜਗ੍ਹਾ 'ਤੇ 1 x ਪਲੱਸ C ਦੀ ਜਗ੍ਹਾ 'ਤੇ ਕੀ ਹੋਣਾ A/M, ਹੈ ਨਾ। M ਕੀ ਹੈ 1। ਸੋ 1 ਸਲੋਪ ਵਾਲਾ ਟੈਂਜੈਂਟ ਤਾਂ ਇਹੋ ਜਿਹਾ ਹੀ ਹੋ ਸਕਦਾ, ਪਰ A ਦੀ ਜਗ੍ਹਾ 'ਤੇ ਕੀ ਆ 4A ਦੀ ਜਗ੍ਹਾ 'ਤੇ 8 ਆ, A ਦੀ ਜਗ੍ਹਾ 'ਤੇ ਕੀ ਹੈ 2 ਆ। ਸੋ ਇੱਥੇ yx ਪਲੱਸ 2 ਇਹ ਟੈਂਜੈਂਟ ਹੋ ਸਕਦਾ। ਕੀ ਇਹ ਇਹੀ ਆ? ਹਾਂ ਇਹੀ ਆ। ਹੋ ਗਿਆ ਠੀਕ ਆ। ਫਿਰ ਸਮਝ ਲੱਗਦੀ ਹੈ। ਉਹ ਕੰਡੀਸ਼ਨ ਆਫ ਟੈਂਜੈਂਸੀ ਜਿਵੇਂ ਇੱਕ ਸਲੋਪ ਵਾਲਾ ਟੈਂਜੈਂਟ ਆ, ਇੱਦਾਂ ਆਪਾਂ ਕਰ ਸਕਦੇ mx ਪਲੱਸ C ਦੀ ਜਗ੍ਹਾ A/M। ਕੀ ਇਹ ਇਹਦੇ ਬਰਾਬਰ ਆ ਰਿਹਾ ਵਾ? ਹਾਂ। ਇਹਦੀ ਸਲੋਪ ਕਿੰਨੀ ਆ 1। ਸੋ ਸਲੋਪ ਤਾਂ ਭਰ ਦਿਓ ਇਹਦੀ, ਇਹ ਕਹਿ ਰਿਹਾ ਵਾ ਸਲੋਪ ਭਰਤੀ। ਹੁਣ A ਦੀ ਜਗ੍ਹਾ 'ਤੇ ਕੀ ਆ ਸਕਦਾ? ਉਹ ਦੇਖੋ, ਇਹ ਤਾਂ 4A ਨੂੰ ਬਰਾਬਰ ਰੱਖ ਦਿਓ 8 ਤੋਂ। A ਕੀ ਆ ਗਿਆ 2। A ਦੀ ਜਗ੍ਹਾ 'ਤੇ ਸਿਰਫ 2 ਹੀ ਆ ਸਕਦਾ, ਹੋਰ ਕੁਛ ਨਹੀਂ ਆ ਸਕਦਾ। ਸੋ 2 ਆਉਂਦਾ। ਸੋ ਇਹ ਟੈਂਜੈਂਟ ਹੋ ਸਕਦਾ। ਕੀ ਇਹ ਹੈ ਇਹਦੇ ਬਰਾਬਰ? ਹਾਂ ਹੈ ਬਰਾਬਰ। ਇਹ ਤਾਂ ਹੋ ਗਿਆ ਉਹ ਵੇ ਜਿਹੜਾ 2 ਲਾਈਨਾਂ 'ਚ ਤੁਹਾਡਾ ਕੁਐਸਚਨ ਹੋ ਜਾਊਗਾ। ਪਰ ਪੇਪਰ 'ਚ ਆਪਾਂ ਐਂ ਕਰਾਂਗੇ, ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ, ਉਵੇਂ ਵੀ ਕਰ ਸਕਦੇ ਹੋ ਤੁਸੀਂ, ਕੋਈ ਪ੍ਰੋਬਲਮ ਨਹੀਂ ਹੈ। ਚਲੋ ਉਵੇਂ ਹੀ ਕਰਦੇ ਹਾਂ ਆਪਾਂ। ਕਿ ਐਂ ਕਰਨਾ ਮੈਨੂੰ ਆਏ ਆ ਵੀ ਥੋੜ੍ਹਾ ਜਿਹਾ ਤੁਹਾਨੂੰ ਪਤਾ ਲੱਗੇ ਵੀ ਟੈਂਜੈਂਟ ਦੀ ਕੰਡੀਸ਼ਨ ਬਣੀ ਕਿੱਥੋਂ, ਹੁੰਦੀ ਕਿੱਥੇ ਆ। ਉਹ ਕੰਡੀਸ਼ਨਾਂ ਵੀ ਵਰਤੀਆਂ ਜਾਣਗੀਆਂ, ਪਰ ਇੱਕ ਵਾਰੀ ਐਂ ਕਰ ਲਓ। ਐਂ ਕਰੋ, ਇਹਨੂੰ 1 ਲਿਖ ਲਓ, ਰਹਿਣ ਦਿਓ। ਕੰਡੀਸ਼ਨ ਆਫ ਟੈਂਜੈਂਸੀ ਤੋਂ ਬਿਨਾਂ ਕਰਦੇ ਹਾਂ। ਫਰੋਮ ਲਾਈਨ 2 x ਪਲੱਸ 2 ਆ ਗਿਆ y, ਇਹਨੂੰ ਚੱਕ ਕੇ ਇਹਦੇ 'ਚ ਭਰ ਦਿਓ। ਪੁਆਇੰਟ ਆਫ ਇੰਟਰਸੈਕਸ਼ਨ ਕਿੰਨੇ ਆਉਣੇ ਚਾਹੀਦੇ ਆ ਜੇ ਟੈਂਜੈਂਟ ਆ ਤਾਂ 1 ਸਿੰਗਲ ਪੁਆਇੰਟ। ਦੇਖਦੇ ਹਾਂ ਸਿੰਗਲ ਪੁਆਇੰਟ ਆਉਂਦਾ ਕਿ ਨਹੀਂ ਆਉਂਦਾ। ਇਹਨੂੰ ਸੋਲਵ ਕਰੋ, ਪੁੱਟ ਇਨ 1। ਆਪਣੇ ਕੋਲ ਇਹ ਆ ਗਿਆ, ਇਹਨੂੰ ਸੋਲਵ ਕੀਤਾ। ਜਦੋਂ ਇਹ ਤੁਹਾਡੇ ਕੋਲ ਬਣ ਜੂਗੀ x ਸਕੁਏਅਰ ਮਾਈਨਸ 4x ਪਲੱਸ 4 ਇਜ਼ ਇਕੁਅਲ ਟੂ 0। ਇਹ ਬਣ ਗਈ ਇਕੁਏਸ਼ਨ। ਇਹਨੂੰ ਜਦੋਂ ਸਿੰਪਲੀਫਾਈ ਕਰੋਗੇ, ਹੁਣ ਇਹ ਕੀ ਬਣ ਗਿਆ x ਮਾਈਨਸ 2 ਦਾ ਹੋਲ ਸਕੁਏਅਰ। ਸੋ ਇਹਦਾ ਮਤਲਬ x ਦੀਆਂ ਵੈਲਿਊ ਕੀ ਆ ਗਈ 2 ਇਕੁਅਲ ਰੂਟ ਆ ਗਏ ਨਾ। ਇਹਦਾ ਮਤਲਬ ਕੀ ਹੋ ਗਿਆ, ਦੇਅਰਫੋਰ x ਦੀ ਇੱਕ ਹੀ ਵੈਲਿਊ ਆਈ। ਇਹਦਾ ਮਤਲਬ ਕੀ ਹੈ, ਹੁਣ ਇਹ ਨਾ ਕਹੋ ਵੀ ਸਰ 2 ਆਈਆਂ, ਮੈਂ ਕਹਿ ਰਿਹਾ 1 ਹੀ ਆਈ। ਹੁਣ ਐਂ ਤਾਂ ਇੱਥੇ ਐਂ ਲਿਖ ਦੂੰਗਾ, ਤੁਸੀਂ ਕਹਿੰਦੇ 3 ਆਈਆਂ, 1 ਹੀ ਵੈਲਿਊ ਆਈ। ਸੋ ਇਹਦਾ ਮਤਲਬ ਕੀ ਹੋ ਗਿਆ, ਲਾਈਨ 2 ਦੇਅਰਫੋਰ ਟੱਚਿਜ਼ ਦਾ ਪੈਰਾਬੋਲਾ। ਜੇ 1 ਵੈਲਿਊ ਆਈ ਹੈ ਤਾਂ ਟੱਚ ਕਰੂਗਾ। ਮੈਨੂੰ ਆਏ ਆ ਵੀ ਇਹ ਰਿਜ਼ਲਟ ਨਾ ਤੁਹਾਨੂੰ ਯਾਦ ਹੋ ਜੇ। ਐਟ ਪੁਆਇੰਟ, ਕਿਹੜੇ ਪੁਆਇੰਟ 'ਤੇ ਵੇਅਰ x ਕੀ ਆ 2, ਉੱਥੇ ਟੱਚ ਕਰ ਦਈਏ ਜਿੱਥੇ x 2 ਆ। ਅਤੇ x 2 ਨੂੰ ਇਹਦੇ 'ਚ ਭਰ ਦਿਓ, y ਆ ਜਾਊਗਾ। y ਕੀ ਆ ਜਾਊਗਾ, x ਇਹਦੇ 'ਚ ਭਰ ਦਿਓ, ਚਾਹੇ x 2 ਇਹਦੇ 'ਚ ਭਰਿਆ 2 + 2 y 4। ਸੋ ਪੁਆਇੰਟ ਆਫ ਕੰਟੈਕਟ ਕੀ ਆ ਗਿਆ, ਦੇਖੋ ਕੰਡੀਸ਼ਨ ਆਫ ਟੈਂਜੈਂਸੀ ਤੁਹਾਨੂੰ ਭੁੱਲ ਗਈ। ਫਿਰ ਵੀ ਪੇਪਰ 'ਚ ਇਹ ਕੁਐਸਚਨ ਕੰਪਲੀਟ ਕਰ ਸਕਦੇ ਹਾਂ ਜੇ ਤੁਹਾਨੂੰ ਬੇਸਿਕ ਕੰਡੀਸ਼ਨ ਪਤਾ। ਕਿਹਦੀ ਬੇਸਿਕ ਕੰਡੀਸ਼ਨ? ਟੈਂਜੈਂਸੀ ਦੀ। ਉਹ ਕੀ ਹੁੰਦੀ ਆ ਕਿ 1 ਹੀ ਰੂਟ ਆਉਂਦਾ ਹੁੰਦਾ। ਇਹ ਹੈ ਬੇਸਿਕ ਕੰਡੀਸ਼ਨ। ਜਦੋਂ ਪੁਆਇੰਟ ਆਫ ਇੰਟਰਸੈਕਸ਼ਨ ਲੱਭਦੇ ਆ ਤਾਂ 1 ਲੱਭਦਾ ਹੁੰਦਾ। ਚਲੋ ਅੱਗੇ, ਹੁਣ ਥੋੜ੍ਹਾ ਜਿਹਾ ਔਖੇ ਕੁਐਸਚਨ ਵੀ ਦੇਖ ਲਈਏ। ਥਰਡ ਕੁਐਸਚਨ ਦੇਖੋ, ਸ਼ੋ ਦੈਟ ਦ ਇਕੁਏਸ਼ਨ ਆਫ ਟੈਂਜੈਂਟ ਟੂ ਦ ਪੈਰਾਬੋਲਾ ਗਿਵਨ ਇਕੁਏਸ਼ਨ ਆਫ ਪੈਰਾਬੋਲਾ ਦਿੱਤੀ ਹੋਈ ਆ। ਸਟੇਟਮੈਂਟ ਤੁਹਾਡੇ ਕੋਲ ਬੁੱਕ 'ਚ ਆ ਦੇਖੋ ਲਓ।
बेशक स्क्रीनशॉट ले लियो, बाद च मैं तुहानूं पढ़ा दिंदा। शो दैट द इक्वेशन ऑफ टेंजेंट टू द पैराबोला y square is equal to 4x which makes as angle theta with the x axis is this। ਅੱਛਾ, ਜਾਣੀ ਕਿ ਇਹ ਕਹਿੰਦਾ ਟੇਂਜੈਂਟ ਦੀ ਇਕੁਏਸ਼ਨ ਕੀ ਹੋਊਗੀ, ਇਹ ਹੋਊਗੀ, ਸ਼ਰਤ ਇਹ ਆ ਕਿ ਇਹ ਐਕਸ ਐਕਸਿਸ ਨਾਲ ਐਂਗਲ ਥੀਟਾ ਬਣਾਉਂਦਾ ਹੋਵੇ। ਪੈਰਾਬੋਲਾ ਉਹੀ ਦਿੱਤਾ ਹੋਇਆ ਜਿਹੜਾ ਆਪਣਾ ਵਰਤਿਆ ਆ। ਇਕੁਏਸ਼ਨ ਆਫ ਪੈਰਾਬੋਲਾ ਕੀ ਆ, ਅੱਜ ਇਹ ਸੀ ਐਕਸਰਸਾਈਜ਼, ਆਪਾਂ ਕੋਸ਼ਿਸ਼ ਕਰਾਂਗੇ ਪੂਰੀ ਹੋ ਜੇ। ਅੱਛਾ, ਲਾਈਨ ਲੂਈਨ ਕੁਛ ਨਹੀਂ ਦਿੱਤੀ ਹੋਈ, ਪਰ ਇੱਕ ਚੀਜ਼ ਦੇ ਕੇ ਇਹਨਾਂ ਨੇ ਬਹੁਤ ਵੱਡਾ ਆਪਣੇ 'ਤੇ ਆਸਾਨ ਕਰਤਾ। ਇਹਨਾਂ ਨੇ ਦੱਸਤਾ ਕਿ ਜਿਹੜਾ ਵੀ ਟੇਂਜੈਂਟ ਆ ਇੱਦਾਂ ਟੱਚ ਕਰੇਗਾ, ਪਰ ਐਕਸ ਐਕਸਿਸ ਨਾਲ, ਇਹ ਐਕਸ ਐਕਸਿਸ ਹੈ, ਇਹ ਵਾਈ ਐਕਸਿਸ, ਇੱਥੇ ਇਹ ਵਰਟੈਕਸ ਆ 0 0, ਐਕਸ ਐਕਸਿਸ ਨਾਲ ਐਂਗਲ ਥੀਟਾ ਬਣਾਉਂਦਾ ਇਹ। ਲਓ ਜੀ, ਇਹੀ ਬਹੁਤ ਵੱਡਾ ਆਸਾਨ ਕਰਤਾ ਇਹਨੇ ਆਪਣੇ 'ਤੇ, ਕਿਉਂਕਿ ਜੇ ਐਂਗਲ, ਜਿਹੜੀ ਲਾਈਨ ਐਕਸ ਐਕਸਿਸ ਨਾਲ ਥੀਟਾ ਐਂਗਲ ਬਣਾਉਂਦੀ ਹੁੰਦੀ ਹੈ ਨਾ, ਉਹਦੀ ਸਲੋਪ ਕਿੰਨੀ ਹੁੰਦੀ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ। ਜੇ ਨਹੀਂ ਵੀ ਪਤਾ ਤਾਂ ਤੁਹਾਨੂੰ ਪਲੱਸ 2 'ਚ ਦੇਖ ਲਿਓ, ਰਿਜ਼ਲਟ ਮਿਲ ਜੂਗਾ। ਟੈਨ ਥੀਟਾ ਸਲੋਪ ਹੁੰਦੀ ਹੈ ਉਹਦੀ, ਠੀਕ ਹੈ। ਨਾਓ ਆਲਸੋ ਐਮ ਆ ਜਿਹੜਾ ਉਹ ਕੀ ਹੋ ਗਿਆ, ਸਲੋਪ ਆਫ ਐਮ ਇਜ਼ ਇਕੁਅਲ ਟੂ ਸਲੋਪ ਆਫ ਟੇਂਜੈਂਟ ਦਿੱਤੀ ਆ ਆਪਾਂ ਨੂੰ। ਕੀ ਆ ਇਹ, ਕੀ ਬਣ ਗਈ, ਇਜ਼ ਟੈਨ ਥੀਟਾ। ਇਹ ਤਾਂ ਬੈਸਟ ਹੀ ਗੱਲ ਹੋ ਗਈ। ਦੇਅਰਫੋਰ ਇਕੁਏਸ਼ਨ ਆਫ ਟੇਂਜੈਂਟ ਕੀ ਹੋ ਗਈ, ਇਕੁਏਸ਼ਨ ਆਫ ਟੇਂਜੈਂਟ ਇਜ਼ ਵਾਈ, ਕੀ ਸੀਗਾ ਇੱਥੇ ਲਿਖ ਦਈਏ, ਵਾਈ ਇਜ਼ ਇਕੁਅਲ ਟੂ ਐਮ ਐਕਸ ਪਲੱਸ ਏ ਬਾਈ ਐਮ ਸੀ ਨਾ, ਅਤੇ ਕੀ ਆਊਗਾ ਫਿਰ ਇੱਥੇ, ਐਮ ਐਕਸ, ਐਮ ਦੀ ਜਗ੍ਹਾ 'ਤੇ ਟੈਨ ਥੀਟਾ ਐਕਸ, ਏ ਓਵਰ ਟੈਨ ਥੀਟਾ, ਐਮ ਦੀ ਜਗ੍ਹਾ ਟੈਨ ਥੀਟਾ ਆ ਗਿਆ। ਇਹਨੂੰ ਸੋਲਵ ਕਰੋ, ਕੀ ਆਇਆ, ਟੈਨ ਥੀਟਾ ਨਾਲ ਕੀ ਆ ਗਿਆ ਐਕਸ, ਅਤੇ ਇਹ ਟੈਨ ਥੀਟਾ ਉੱਪਰ ਚਲਾ ਗਿਆ, ਇਹ ਬਣ ਗਿਆ ਕੋਟ ਥੀਟਾ। ਇਹ ਬਣ ਗਈ ਇਕੁਏਸ਼ਨ, ਹੈਂਸ ਪ੍ਰੂਵਡ। ਥਰਡ ਕੁਐਸਚਨ ਵੀ ਗਿਆ, ਹੈ ਹੀ ਨਹੀਂ ਕੁਐਸਚਨਾਂ 'ਚ ਕੁਛ। ਟੇਂਜੈਂਟਸ ਆਰ ਡਰਾਨ ਫਰੋਮ ਦ ਫਾਈਂਡ ਦ ਇਕੁਏਸ਼ਨ ਐਂਡ ਪੁਆਇੰਟ। ਅੱਛਾ, ਆਪਾਂ 6th ਕੁਐਸਚਨ ਕਰਦੇ ਹਾਂ, ਥੋੜ੍ਹਾ ਜਿਹਾ ਅੱਡ ਤਾਂ ਲੱਗਦਾ। 6th ਕੁਐਸਚਨ ਇਹ ਕੀ ਕਰ ਰਹੇ ਆ, ਦ ਟੇਂਜੈਂਟਸ ਆਰ ਡਰਾਨ ਫਰੋਮ ਦ ਪੁਆਇੰਟ -8 ਟੂ -14। ਇਹਦੇ ਤੋਂ ਟੇਂਜੈਂਟ ਡਰਾਅ ਕੀਤੇ ਆ, ਕਿਹਦੇ 'ਤੇ, ਪੈਰਾਬੋਲਾ 'ਤੇ। ਇਹ ਕਹਿੰਦਾ ਫਾਈਂਡ ਦ ਪੁਆਇੰਟ ਆਫ, ਫਾਈਂਡ ਦੇਅਰ ਇਕੁਏਸ਼ਨ। ਅੱਛਾ, ਉਹਨਾਂ ਦੀ ਇਕੁਏਸ਼ਨ ਲੱਭੋ ਐਂਡ ਪੁਆਇੰਟ ਆਫ ਕੰਟੈਕਟ। ਅਜੇ -8 ਤੇ -14 ਤੋਂ ਟੇਂਜੈਂਟਸ ਡਰਾਅ ਕੀਤੇ, ਇਹ ਪੁਆਇੰਟ ਆ ਪੈਰਾਬੋਲਾ ਦੇ ਉੱਪਰ, ਇਸ ਤਰੀਕੇ ਨਾਲ ਡਰਾਅ ਕੀਤੇ। ਇੱਕ ਇੱਥੇ ਕੱਟ ਗਿਆ, ਇੱਕ ਇੱਥੇ ਕੱਟ ਗਿਆ, ਪਹਿਲਾਂ ਤਾਂ ਇਹ ਪੁਆਇੰਟ ਲੱਭਣਾ, ਫਿਰ ਇਹ ਪੁਆਇੰਟ ਲੱਭਣਾ, ਠੀਕ ਆ। ਬਸ ਕਿਵੇਂ ਕਰੀਏ, ਇਕੁਏਸ਼ਨ ਦਿੱਤੀ ਹੈ ਆਪਣੇ ਕੋਲ, ਕੁਐਸਚਨ 6 ਹੈ, ਗਿਵਨ ਇਕੁਏਸ਼ਨ ਆਫ ਪੈਰਾਬੋਲਾ is y square is equal to 16x, ਠੀਕ ਹੈ ਜੀ। ਅੱਛਾ, ਇੱਕ ਚੀਜ਼ ਆ ਰਾਜੇ, ਇਹਦੇ 'ਚ ਆਪਾਂ ਨੂੰ ਖਾਸ ਲੋੜ ਪੈਣੀ ਆ, 4a ਕਿਹਦੇ ਬਰਾਬਰ ਆ, 16 ਦੇ, ਅਤੇ a ਕਿਹਦੇ ਬਰਾਬਰ ਆ ਗਿਆ ਫਿਰ, 4 ਦੇ। ਐਨੀ ਟੇਂਜੈਂਟ ਟੂ ਦਾ ਪੈਰਾਬੋਲਾ ਕਿਹੋ ਜਿਹਾ ਹੁੰਦਾ, ਐਨੀ ਟੇਂਜੈਂਟ ਟੂ ਦਾ ਪੈਰਾਬੋਲਾ ਇਜ਼ ਕਿਹੋ ਜਿਹਾ ਹੋਊਗਾ, y ਇਜ਼ ਇਕੁਅਲ ਟੂ ਐਮ ਐਕਸ ਪਲੱਸ ਏ ਬਾਈ ਐਮ। ਇਹੋ ਜਿਹਾ ਹੁੰਦਾ ਨਾ, ਏ ਦੀ ਜਗ੍ਹਾ 'ਤੇ ਕੀ ਹੈ 4, ਜਾਣੀ ਕਿ ਇੱਥੇ ਕੀ ਆ ਗਿਆ ਐਮ ਐਕਸ ਪਲੱਸ 4/5। ਜੇ ਸਲੋਪ ਐਮ ਆ ਤਾਂ ਇਸ ਪੈਰਾਬੋਲਾ ਉੱਤੇ ਟੇਂਜੈਂਟ ਇਹੋ ਜਿਹਾ ਹੀ ਹੋਊਗਾ। ਸੋ ਆਪਾਂ ਜਿਹੜੇ ਦੋ ਟੇਂਜੈਂਟ ਡਰਾਅ ਕੀਤੇ ਆ ਉਹ ਇਹੋ ਜਿਹੇ ਹੀ ਹੋਣਗੇ, ਠੀਕ ਆ। ਗੱਲ ਕੀ, ਫਰਕ ਕੀ ਪਊਗਾ, ਸਲੋਪ ਦਾ। ਇਹਦੀ ਸਲੋਪ ਅੱਡ ਆ, M1 ਹੋਊਗੀ, ਇਹਦੀ M2 ਹੋਊਗੀ। ਹੁਣ ਇਹ ਲੱਭੀਏ ਕਿਵੇਂ, ਇਹ ਤਾਂ ਪੰਗਾ ਪੈ ਗਿਆ। ਲੱਭੀਏ ਕਿਵੇਂ, M1 M2 ਕਿੱਥੇ ਆਉਣਗੀਆਂ, ਦੋ ਵੈਲਿਊ M ਦੀਆਂ ਕਿਵੇਂ ਆਉਣਗੀਆਂ। ਇਹਦੇ 'ਚ ਪੁਆਇੰਟ ਪੁੱਟ ਕਰ ਦਿੰਦੇ ਆ। ਇਹ ਟੇਂਜੈਂਟ ਜਿਹੜਾ ਵੀ ਹੋਊਗਾ, ਇਹਨਾਂ ਨੂੰ ਭੁੱਲ ਜਾਓ M1 M2 ਨੂੰ, ਬਸ ਇਹ M1 M2 M ਦੀਆਂ ਦੋ ਵੈਲਿਊਜ਼ ਆ, ਆਪਾਂ ਇਹ ਦੇਖਣੀਆਂ। ਇਹ ਟੇਂਜੈਂਟ ਆ ਜਿਹੜਾ ਕਿਹੜੇ 'ਚ ਪਾਸ ਕਰ ਰਿਹਾ,
ਇਸ ਪੁਆਇੰਟ ਚੋਂ ਇਹ ਟੈਂਜੈਂਟ ਕੀ ਚੋਂ ਪਾਸ ਕਰ ਰਿਹਾ ਇਸ ਪੁਆਇੰਟ ਚੋਂ। ਇਹਦਾ ਮਤਲਬ ਜਿਹੜਾ ਵੀ ਟੈਂਜੈਂਟ ਹੋਊਗਾ ਉਹ ਇਸ ਪੁਆਇੰਟ ਚੋਂ ਤਾਂ ਪਾਸ ਕਰੂਗਾ ਹੀ। ਆਪਣੇ ਵਾਲੇ ਦੋ ਟੈਂਜੈਂਟ ਵਿੱਚੋਂ ਜਿਹੜਾ ਵੀ ਟੈਂਜੈਂਟ ਹੋਊਗਾ ਉਹ ਇਹਦੇ ਚੋਂ ਪਾਸ ਕਰੂਗਾ। ਸੋ ਆਪਾਂ ਨੂੰ ਟੈਂਜੈਂਟ ਇਹਨੂੰ ਉਹੋ ਜਿਹਾ ਬਣਾਉਣਾ ਜਿਹੜਾ ਆਪਣੇ ਵਾਲਾ। ਸੋ ਇਹਦੇ 'ਚ ਇਹ ਪੁਆਇੰਟ ਪੁੱਟ ਕਰ ਦਿਓ। ਪੁੱਟ ਇਟ ਪਾਸਿਸ ਥਰੂ -8 -14। ਇਹਨੂੰ ਪੁੱਟ ਕਰੋ ਇਹਦੇ 'ਚ -14 m -8 4/m। ਇਹਨੂੰ ਸਿੰਪਲੀਫਾਈ ਕਰੋਗੇ ਜਦੋਂ, ਇੱਕ ਮਿੰਟ ਮੈਂ ਸਿੰਪਲੀਫਾਈ ਕਰ ਲਾਂ, ਇਹ ਬਣ ਜੂਗਾ ਸਿੰਪਲੀਫਾਈ ਕਰਨ ਦੇ ਬਾਅਦ। ਠੀਕ ਹੈ, ਆਪਾਂ ਐਂ ਕਰ ਲਿਆ ਕਰਨਾ, ਮੇਰਾ ਟਾਈਮ ਖਰਾਬ ਹੁੰਦਾ ਵਾ। ਅੱਛਾ, m ਦੀਆਂ ਵੈਲਿਊਜ਼ ਆ ਜਿਹੜੀਆਂ ਇਹ ਤੁਹਾਨੂੰ ਕੱਢਣੀਆਂ ਆਉਂਦੀਆਂ, ਇਹ ਕਿੰਨੀਆਂ ਆਉਣਗੀਆਂ 7 ± 7 49 b² 4ac ਵਾਲਾ ਫਾਰਮੂਲਾ ਲਾ ਦਿਓ 32 8 7 ± ਇਹ ਆਊਗਾ 81 ਬਣ ਗਿਆ ਹੈ ਨਾ। 81 ਦਾ ਆ ਜਾਊਗਾ 9 8 ਇਹ ਆਊਗਾ 8 9 16 ਅਤੇ -2 ਅਤੇ -1/4। ਸੋ m ਦੀਆਂ ਦੋ ਵੈਲਿਊ ਆ ਗਈਆਂ ਨਾ, ਅਤੇ ਇਹੀ ਤਾਂ ਦੋ ਚਾਹੀਦੀਆਂ ਸੀ। ਇਹ ਆ ਗਈ m1, ਇਹ ਆ ਗਈ m2। ਇਹ ਆ ਗਈ ਪਹਿਲੇ ਦੀ ਸਲੋਪ, ਇਹ ਦੂਜੇ ਦੀ ਸਲੋਪ। ਸੋ ਇੱਕ ਨੂੰ ਇੱਕ ਵਾਰੀ ਪੁੱਟ ਕਰ ਦਿਓ, ਉਹਦੇ 'ਚ ਸਲੋਪ ਆ ਜੂਗੀ ਆਪਣੇ ਕੋਲ। ਸੋ ਫਸਟ ਇਕੁਏਸ਼ਨ ਆਫ ਵਨ ਟੇਂਜੈਂਟ ਇਜ਼ ਕੀ ਆਊਗੀ y = ਇਹਦੇ 'ਚ ਪੁੱਟ ਕਰ ਦਿਓ m ਦੀ ਵੈਲਿਊ 2x + 4/2। ਇਹ ਆ ਜੂਗੀ y = 2x + 2 ਹੈ ਨਾ, ਅਤੇ ਇਹ ਆ ਗਿਆ 2x + 2 - y = 0। ਅਤੇ ਪੁਆਇੰਟ ਆਫ ਕੰਟੈਕਟ ਕੀ ਹੁੰਦਾ, ਆਲਸੋ ਆਪਾਂ ਕੱਢਿਆ ਸੀ ਇਟਸ, ਇਸੇ ਟੇਂਜੈਂਟ ਦਾ ਇਟਸ ਪੁਆਇੰਟ ਆਫ ਕੰਟੈਕਟ ਇਜ਼ a/m², 2a/m। ਯਾਦ ਆ x ਦੀ ਵੈਲਿਊ y ਦੀ ਇਹ ਭਰੀ ਸੀ, x ਦੀ ਇਹ ਆਈ ਸੀ। ਉਹ ਕੀ ਆ ਗਿਆ, a ਕੀ ਹੈ 4, m ਕੀ ਹੈ 2, 2 ਦਾ ਸਕੇਅਰ, a ਕੀ ਹੈ 4, m ਕੀ ਹੈ 2। ਇਹਨੂੰ ਪੁੱਟ ਕਰੋ, ਇਹ ਆ ਜਾਊਗਾ 1 ਅਤੇ ਦੂਸਰਾ ਆ ਜਾਊਗਾ 4। ਇਹ ਆ ਗਿਆ ਪੁਆਇੰਟ ਆਫ ਕੰਟੈਕਟ। ਅਗੇਨ ਫਿਰ ਪੁੱਟ x m ਦੀ ਵੈਲਿਊ ਹੁਣ ਕੀ ਭਰਦੀ ਆ -1/4, ਜਿਹੜੀ ਦੂਜੀ ਵੈਲਿਊ ਆਈ ਸੀ। ਦੂਸਰਾ ਟੇਂਜੈਂਟ ਆ ਜਾਊਗਾ, ਕੀ ਆਊਗਾ y m ਦੀ ਵੈਲਿਊ -1/4 x + a ਕੀ ਹੈ 4, ਇਹਦੇ 'ਚ ਭਰ ਦਿਓ, ਇੱਥੇ ਭਰ ਦਿਓ -1/4। ਇਹਨੂੰ ਸਿੰਪਲੀਫਾਈ ਕਰਨ ਦੇ ਬਾਅਦ ਤੁਹਾਡੀ ਇਕੁਏਸ਼ਨ ਬਣੂਗੀ, ਮੈਂ ਕਰ ਆ ਬਣ ਜੂਗੀ x + 4y + 64। ਫਿਰ ਪੁਆਇੰਟ ਆਫ ਕੰਟੈਕਟ ਕੀ ਆਊਗਾ, a/m², 2a/m। ਇੱਥੇ a ਦੀ ਜਗ੍ਹਾ 4 ਆ ਗਿਆ, m² ਦੀ ਜਗ੍ਹਾ 'ਤੇ -1/4 ਭਰ ਦਿਓ, 2a ਦੀ ਜਗ੍ਹਾ 4, m ਦੀ ਜਗ੍ਹਾ 'ਤੇ -1/4। ਇਹਨੂੰ ਜਿਹੜਾ ਸਿੰਪਲੀਫਾਈ ਕਰੋਗੇ ਜਦੋਂ, ਇੱਕ ਮਿੰਟ, ਇਹ ਬਣ ਗਿਆ 64 ਅਤੇ -32। ਇਹ ਤੁਹਾਡਾ ਓਵਰ ਹੋ ਗਿਆ। ਪੁਆਇੰਟ ਆਫ ਕੰਟੈਕਟ ਵੀ ਲੱਭ ਗਏ, ਟੇਂਜੈਂਟ ਵੀ ਲੱਭ ਗਏ। ਸੋ ਇਹ ਪੁਆਇੰਟ ਆਫ ਕੰਟੈਕਟ ਕਿਹੜੇ ਆ, ਇਹ ਵਾਲੇ ਆ। ਇਹ ਪਹਿਲਾ ਪੁਆਇੰਟ ਆਫ ਕੰਟੈਕਟ, ਇਹ ਦੂਸਰਾ। ਠੀਕ ਆ, ਅਤੇ ਇਹਦੀ ਵੀ ਇਕੁਏਸ਼ਨ ਲੱਭ ਗਈ, ਇਹਦੀ ਵੀ। ਹੋਰ ਕੁਐਸਚਨ ਦੇਖੋ, ਕਾਮਨ ਟੇਂਜੈਂਟਸ, 7ਵਾਂ ਦੇਖੋ ਕੁਐਸਚਨ, 7ਵੇਂ ਦਾ ਪਹਿਲਾ ਪਾਰਟ। ਕਾਮਨ ਟੇਂਜੈਂਟ ਕਿਵੇਂ ਲੱਭਾਂਗੇ ਬਈ, ਸਰਕਲ ਦੇ। ਅੱਛਾ, ਹੁਣ ਇਹ ਇੱਥੇ ਕੰਡੀਸ਼ਨ ਆਫ ਟੈਂਜੈਂਸੀ ਦਾ ਬਹੁਤ ਰੋਲ ਆ, ਬਹੁਤ ਰੋਲ ਆ ਜਦੋਂ ਕਾਮਨ ਟੇਂਜੈਂਟ ਲੱਭਣੇ ਆ। ਫਾਈਂਡ ਦ ਕਾਮਨ ਟੇਂਜੈਂਟ, ਟੇਂਜੈਂਟਸ ਆਏ ਦੋ ਕਹਿ ਗਿਆ, ਮੈਨੂੰ ਤਾਂ ਲੱਗਿਆ ਸੀ ਜਿਵੇਂ ਇੱਕ ਹੋਊਗਾ। ਫਾਈਂਡ ਕਾਮਨ ਟੇਂਜੈਂਟਸ ਟੂ ਦਾ ਫੋਲੋਇੰਗ ਕੇਸਿਸ, ਹੈ ਨਾ, x² + y² = 8 ਐਂਡ y² = 16x। ਤੁਹਾਨੂੰ ਸਰ ਨੇ ਇਹਦੀਆਂ ਕੰਡੀਸ਼ਨ ਆਫ ਟੈਂਜੈਂਸੀ ਸਰਕਲ ਦੀਆਂ ਸਰ ਨੇ ਕਰਾਈਆਂ ਹੋਈਆਂ, ਹੈ ਨਾ, ਅਤੇ ਇਹਦੀਆਂ ਆਪਾਂ ਕੀਤੀਆਂ। ਅੱਛਾ, ਹੁਣ ਕਾਮਨ ਟੇਂਜੈਂਟਸ ਲੱਭਣੇ ਆ। ਮੈਨੂੰ ਇੱਕ ਚੀਜ਼ ਆ, ਜੇ ਆਪਾਂ ਗ੍ਰਾਫਿਕਲੀ ਸੋਚੀਏ, ਜਦੋਂ ਮੈਂ ਰਾਜੇ ਇੱਥੇ ਗ੍ਰਾਫਿਕਲੀ ਸੋਚਦਾ ਹੁੰਦਾ, ਮੈਨੂੰ ਕੋਈ ਆਪ ਨੂੰ ਖੁਦ ਨਹੀਂ ਪਤਾ ਹੁੰਦਾ ਵੀ ਕਿੰਨੇ ਕੁ ਹੋ ਸਕਦੇ ਆ। ਆਪਾਂ ਦੇਖਦੇ ਹਾਂ ਡਰੋ ਕਰਕੇ, ਜਿਵੇਂ ਇੱਕ ਸਰਕਲ ਆ, ਮੰਨ ਲਓ ਮੈਂ ਤੁਹਾਨੂੰ ਪੁੱਛਦਾ ਵੀ ਕਿੰਨੇ ਕੁ ਕਾਮਨ ਟੇਂਜੈਂਟ ਡਰੋ ਕਰ ਸਕਦੇ ਆ। ਦੇਖੋ, ਜਿਵੇਂ ਇੱਕ ਇੱਥੋਂ ਡਰੋ ਕਰ ਲਈਏ, ਇਹ ਇਹਦਾ ਵੀ ਟੇਂਜੈਂਟ ਹੋ ਗਿਆ ਅਤੇ ਸਰਕਲ ਦਾ ਵੀ ਟੇਂਜੈਂਟ ਹੋ ਗਿਆ। ਹੋਰ ਆਏਂ 2, ਜਾਣੀ ਕਿ ਮੇਰੇ ਅਕੋਰਡਿੰਗ ਤਾਂ 2 ਆਉਣੇ ਚਾਹੀਦੇ ਆ, ਹੈ ਨਾ।
मतलब 2 ਤੋਂ ਨਹੀਂ ਵਧਣੇ ਚਾਹੀਦੇ। ਹੋ ਸਕਦੇ ਆ। ਜੇ ਮੰਨ ਲਓ ਇਹ ਇੱਦਾਂ ਟੱਚ ਕਰੇ ਇੱਦਾਂ, ਤਾਂ ਇਹ ਇੱਕ ਕਾਮਨ ਟੇਂਜੈਂਟ ਹੋਊ, ਫਿਰ ਤਾਂ ਇੱਕ ਹੀ ਰਹਿ ਗਿਆ, ਫਿਰ ਤਾਂ ਗੱਲ ਹੀ ਖਤਮ ਹੋ ਗਈ। ਕੋਈ ਹੋਰ ਤੁਹਾਡੇ ਦਿਮਾਗ 'ਚ ਆ ਰਿਹਾ? ਨਹੀਂ, ਮੇਰੇ ਦਿਮਾਗ 'ਚ ਨਹੀਂ ਆ ਰਿਹਾ। ਸੋ ਕਾਮਨ ਟੇਂਜੈਂਟ ਇਹਦਾ ਮਤਲਬ ਵੱਧ ਤੋਂ ਵੱਧ 2 ਹੀ ਹੁੰਦੇ ਆ। ਦੇਖਦੇ ਹਾਂ, ਹੱਲ ਕਰਦੇ ਹਾਂ ਆਪਾਂ। 7ਵਾਂ ਕੁਐਸਚਨ, ਪਹਿਲਾ ਪਾਰਟ, ਕਾਮਨ ਟੇਂਜੈਂਟਸ। ਜਦੋਂ ਇਹੋ ਜਿਹਾ ਕੁਐਸਚਨ ਆਵੇ, ਸਭ ਤੋਂ ਪਹਿਲਾਂ ਆਪਾਂ ਟੇਂਜੈਂਟ ਮੰਨ ਲੈਣਾ। ਸੋਲਿਊਸ਼ਨ ਸਟਾਰਟ ਹੈ। ਲੈਟ ਪਹਿਲਾਂ ਤਾਂ ਜੋ ਦਿੱਤਾ ਹੋਇਆ, ਗਿਵਨ ਇਕੁਏਸ਼ਨ ਆਫ ਸਰਕਲ is ਕੀ ਹੈ, x² + y² = 8 ਐਂਡ ਗਿਵਨ ਇਕੁਏਸ਼ਨ ਆਫ ਪੈਰਾਬੋਲਾ ਇਹ ਮੰਨਣੀ ਹੈ। y² = 16x। ਹੁਣ ਕਾਮਨ ਟੇਂਜੈਂਟ ਮੰਨ ਲਓ, ਲੈਟ y = mx + c is a common tangent। ਜੇ ਇਹ ਕਾਮਨ ਟੇਂਜੈਂਟ ਆ, ਇਹ ਟੇਂਜੈਂਟ ਕਿਹਦਾ ਹੋਊਗਾ? ਇਹਦਾ ਵੀ, ਇਹਦਾ ਵੀ। ਸੋ ਇਹਦੇ ਤੇ ਇਹਦੀ ਕੰਡੀਸ਼ਨ ਆਫ ਟੇਂਜੈਂਸੀ ਵੀ ਲੱਗੂਗੀ, ਇਹਦੀ ਵੀ ਲੱਗੂਗੀ। ਸੋ ਪਹਿਲਾਂ ਮੈਂ ਇਹਦੀ ਲਾਉਣ ਲੱਗਾ, ਕੀ ਆਊਗਾ? ਕਲੀਅਰਲੀ ਇਹਨੂੰ ਨੰਬਰ ਲਿਖੋ, ਇਹਨੂੰ 1, ਇਹਨੂੰ 2, ਇਹਨੂੰ 3। as 3 is tangent to 2, therefore c ਕੀ ਹੋਊਗਾ? a/m, ਹੈ ਨਾ। ਤੇ c ਕੀ ਹੈ? a ਕੀ ਹੈ? ਪਹਿਲਾਂ ਤਾਂ a ਇੱਥੇ ਕੀ ਆਊਗਾ? 4a ਕੀ ਆ? 16 ਦੇ ਬਰਾਬਰ। a ਕੀ ਆ ਗਿਆ? 4। c ਆ ਗਿਆ 4/m, ਇਹਦੇ ਬਰਾਬਰ ਆਊਗਾ। ਸੋ ਇਹਦਾ ਮਤਲਬ ਇਹ ਲਾਈਨ ਕਿਹੋ ਜਿਹੀ ਬਣ ਗਈ? m। ਚਲੋ ਇਹਨੂੰ ਛੱਡੋ, c ਨੂੰ 4/m ਹੀ ਲਿਖ ਲਓ, ਬਹੁਤ ਆ ਇਹਨਾਂ। ਇਹਨੂੰ ਲਿਖ ਲਓ 4 ਪੁਆਇੰਟ, ਐਵੇਂ ਕੀ ਪੁੱਟ ਕਰਨਾ ਹਜੇ, ਹੈ ਨਾ। ਜੇ ਮੇਰੇ ਦਿਮਾਗ 'ਚ ਕਈ ਤਰੀਕੇ ਆ ਰਹੇ ਆ ਇਹਨੂੰ ਹੱਲ ਕਰਨ ਦੇ। ਚਲੋ ਰਾਜੇ ਦੇਖੋ, ਇਹਦੇ 'ਚ ਕਾਮਨ ਟੇਂਜੈਂਟ ਕੀ ਪਤਾ ਕਰਨ ਵਾਲਾ ਰਹਿੰਦਾ? ਮੈਨੂੰ ਇੱਕ ਗੱਲ ਦੱਸੋ। ਹੁਣ ਕਈ ਸਟੂਡੈਂਟ ਕਹਿਣਗੇ ਨਾ, ਸਰ ਸੀ ਨੂੰ ਇੱਥੇ ਭਰੋ ਅਤੇ ਇਹਨੂੰ ਚੱਕ ਕੇ ਨਾ ਇਸ ਸਰਕਲ 'ਚ ਪੁੱਟ ਕਰ ਦਿਓ। ਰਾਜੇ ਪਤਾ ਕੀ ਕਰਨਾ ਚਾਹੁੰਦੇ ਆ? ਪਤਾ ਮੈਂ ਕਰਨਾ ਚਾਹੁੰਦਾ ਕਾਮਨ ਟੇਂਜੈਂਟ। ਕਿਵੇਂ ਪਤਾ ਲੱਗੂਗਾ? ਜੇ ਮੈਨੂੰ ਸੀ ਦੀ ਵੈਲਿਊ ਲੱਭ ਜੂ ਤੇ ਐਮ ਦੀ। ਇਹਨੂੰ ਚੱਕ ਕੇ ਇਹਦੇ 'ਚ ਪੁੱਟ ਕਰਨ ਨਾਲ ਕੀ ਪਤਾ ਲੱਗੂਗਾ? ਐਕਸ। ਆਪਾਂ ਐਕਸ ਤੋਂ ਕੀ ਲੈਣਾ? ਆਪਾਂ ਨੂੰ ਐਮ ਅਤੇ ਸੀ ਚਾਹੀਦਾ। ਸੋ ਐਮ ਅਤੇ ਸੀ 'ਚ ਇੱਕ ਰਿਲੇਸ਼ਨ ਤਾਂ ਬਣ ਗਿਆ। ਦੇਖੋ ਹੋਰ ਬਣ ਸਕਦੇ ਆ? ਹਾਂ ਬਣ ਸਕਦੇ ਆ। ਜੇ ਮੈਂ ਇਹਦੇ 'ਤੇ ਇਹਦੀ ਕੰਡੀਸ਼ਨ ਆਫ ਟੈਂਜੈਂਸੀ ਲਾਵਾਂ, ਉਹ ਕੀ ਹੁੰਦੀ ਆ? ਆਲਸੋ 3 is tangent to 1। ਸੋ ਕੀ ਆਊਗੀ ਉਹ ਕੰਡੀਸ਼ਨ ਆਫ ਟੈਂਜੈਂਸੀ? c² a² 1 + m²। ਸਰਕਲ ਦੀ ਕੰਡੀਸ਼ਨ ਆਫ ਟੈਂਜੈਂਸੀ ਲਾ ਸਕਦੇ ਹੋ, ਆਉਂਦੀ ਆ ਤੁਹਾਨੂੰ, ਹੈ ਨਾ। ਇਹ ਹੁੰਦੀ ਹੈ। ਹੁਣ ਕੀ ਸੀ ਦੀ ਵੈਲਿਊ ਨਿਕਲ ਸਕਦੀ ਆ ਜਾਂ ਐਮ ਦੀ ਵੈਲਿਊ ਨਿਕਲ ਸਕਦੀ? ਹਾਂ ਨਿਕਲ ਸਕਦੀ ਹੈ। ਇੱਥੋਂ ਸੀ ਦੀ ਵੈਲਿਊ ਚੱਕ ਕੇ ਇਹਦੇ 'ਚ ਭਰ ਦਿਓ, ਐਮ ਸੋਲਵ ਹੋ ਜੂ। ਫਿਰ ਐਮ ਦੀ ਵੈਲਿਊ ਇੱਥੇ ਭਰ ਦਿਓ, ਐਮ ਅਤੇ ਸੀ ਪਤਾ ਲੱਗ ਜਾਊਗਾ। ਹੋ ਗਿਆ ਸੋਲਵ। ਸੋ ਸੀ ਦੀ ਵੈਲਿਊ 4। ਅੱਛਾ ਏ ਨੂੰ ਵੀ ਠੀਕ ਕਰੋ ਭਾਈ। ਏ ਦੀ ਜਗ੍ਹਾ 'ਤੇ ਆ ਏ, ਹੈ ਨਾ। ਇਹ ਕੀ ਹੁੰਦਾ? ਆਪਣੇ ਕੋਲ x² + y² = a², ਹੈ ਨਾ। ਅਤੇ ਇਹ ਜਿਹੜਾ ਏ ਆ ਅਤੇ ਇਹ ਜਿਹੜਾ ਏ ਆ, ਇਹ ਡਿਫਰੈਂਟ ਆ। ਕੋਈ ਲੈਣਾ ਦੇਣਾ ਨਹੀਂ ਹੈ ਦੋਵਾਂ 'ਚ। ਇਹ ਵਰਤ ਲਿਆ ਇੱਥੇ, ਇਹਨੇ ਇਹ ਦੇ ਤਾ। ਹੁਣ ਇਹ ਏ ਦੀ ਗੱਲ ਕਰਦਾ, ਇਹ ਕੀ ਹੈ? a² ਕੀ ਹੈ ਇੱਥੇ? 8। ਸੋ ਇੱਥੇ ਆਪਾਂ ਨੂੰ a² ਦੀ ਜਗ੍ਹਾ 8 ਹੀ ਲਿਖਣਾ ਚਾਹੀਦਾ ਸੀ। ਓਕੇ ਹੈ। ਧਿਆਨ ਰੱਖਿਓ ਕਾਕੇ, ਇਹਨਾਂ ਨੂੰ ਮਿਕਸ ਨਾ ਕਰ ਲਿਓ। ਇਹ ਸਰਕਲ ਦਾ ਰੇਡੀਅਸ ਆ। ਇਹ ਜਿਹੜਾ ਏ ਆ, ਇਹ ਲਿਟਸ ਰੈਕਟਮ ਦੱਸਦਾ, ਫੋਕਸ ਦਾ ਡਿਸਟੈਂਸ ਦੱਸਦਾ। ਇਸ ਏ ਦਾ ਅਤੇ ਇਸ ਏ ਦਾ ਆਪਸ 'ਚ ਕੋਈ ਲੈਣਾ ਦੇਣਾ ਨਹੀਂ ਹੈਗਾ। ਇਹ ਦੂਸਰਾ ਰਿਲੇਸ਼ਨ ਆ ਗਿਆ, ਇਹਨੂੰ ਇਹਦੇ 'ਚ ਭਰ ਦਿਓ। ਕੀ ਆਊਗਾ? a² ਦੀ ਜਗ੍ਹਾ 'ਤੇ 8 ਆ ਗਿਆ, ਹੈ ਨਾ।
ਕੀ ਸੀਗਾ 1 ਪਲੱਸ ਐਮ ਸਕੇਅਰ ਇਹੀ ਆ, ਅਤੇ ਸੀ ਕੀ ਦਿੱਤਾ ਹੋਇਆ ਉੱਪਰ 4/5। ਇਹਨੂੰ ਚੱਕ ਕੇ ਇਹਦੇ 'ਚ ਭਰੋ 4/5 ਦਾ ਹੋਲ ਸਕੇਅਰ, ਇੱਥੇ ਆ ਗਿਆ 8, 16 ਐਮ ਸਕੇਅਰ 1 ਪਲੱਸ ਐਮ ਸਕੇਅਰ, ਇਹਨੂੰ ਇਹਦੇ ਨਾਲ ਕਰ ਦਿਓ 2/m ਸਕੇਅਰ। ਖਾਸਾ ਵੱਡਾ ਕੁਐਸਚਨ ਬਣ ਗਿਆ ਤਾਂ। ਇਹਨੂੰ ਕਰੋ ਸੋਲਵ, 2m ਸਕੇਅਰ m ਦੀ 4 m ਦੀ 4 m ਸਕੇਅਰ -2, ਇਹਨੂੰ ਸੋਲਵ ਕਰਨਾ। ਹੁਣ m ਦੀਆਂ ਵੈਲਿਊਜ਼ ਕੱਢਣੀਆਂ ਰਾਜੇ। ਇਹ m ਦੀਆਂ ਵੈਲਿਊ ਕੱਢ ਲਓਗੇ, ਕਿਵੇਂ ਕੱਢੋਗੇ? m ਸਕੇਅਰ ਨੂੰ ਟੀ ਪੁੱਟ ਕਰ ਲਓ, ਕੀ ਬਣ ਜੂਗਾ ਇਹ? m ਸਕੇਅਰ ਦੀ ਜਗ੍ਹਾ ਟੀ ਕੀਤਾ, ਇੱਥੇ ਟੀ ਸਕੇਅਰ ਬਣ ਜੂਗਾ, ਇੱਥੇ t -2 ਬਣ ਜੂਗਾ, ਹੈ ਨਾ। ਟੀ ਦੀਆਂ ਵੈਲਿਊ ਕੱਢੋ, -1 ਪਲੱਸ -1 1 ਪਲੱਸ 8 2, ਇਹ ਆ ਗਿਆ -1 ਪਲੱਸ -9 ਦਾ 3 ਬਣ ਗਿਆ। ਇੱਕ ਵਾਰੀ ਤਾਂ ਟੀ ਬਣ ਗਿਆ -2, ਇੱਕ ਵਾਰੀ ਬਣ ਗਿਆ 1। ਹੁਣ ਟੀ ਕੀ ਆ? ਇੱਥੇ ਐਮ ਸਕੇਅਰ ਦੀਆਂ 2 ਵੈਲਿਊ ਆ ਗਈਆਂ, ਇੱਥੇ ਲਾਈਨ ਮਾਰ ਕੇ ਇੱਧਰ ਹੀ ਕਰਨ ਲੱਗਾ। ਐਮ ਸਕੇਅਰ ਦੀਆਂ 2 ਵੈਲਿਊ ਆ ਗਈਆਂ, ਇੱਕ -2 ਅਤੇ 1। -2 ਤਾਂ ਹੋ ਹੀ ਨਹੀਂ ਸਕਦੀ, ਸਮਝਦੇ ਹੋ ਨਾ, ਕਿਉਂਕਿ ਨੈਗੇਟਿਵ ਹੈ ਇਹ। ਸੋ ਐਮ ਸਕੇਅਰ ਕੀ ਹੋ ਜਾਊਗਾ 1। ਜੇ ਤੁਸੀਂ ਕਹੋਗੇ ਸਰ ਹੋ ਸਕਦੀ ਆ, ਐਮ ਨੂੰ ਆਪਾਂ ਆਹ ਲੈ ਲੈਂਦੇ ਹਾਂ 2 ਓਇਟਾ। ਰਾਜੇ ਵਾਟ ਇਜ਼ ਦਿਸ? ਓਇਟਾ ਕੀ ਹੈ? ਤੁਸੀਂ ਕਹੋਗੇ ਓਇਟਾ ਸਰ ਉਹੀ, ਤੁਹਾਨੂੰ ਪਤਾ ਤਾਂ ਹੈ। ਮੈਂ ਪੜ੍ਹ ਰਿਹਾ ਇਸ ਟਾਈਮ ਰੀਅਲ ਅਨੈਲਿਸਿਸ। ਰੀਅਲ ਅਨੈਲਿਸਿਸ ਹੈ ਮਤਲਬ ਰੀਅਲ ਨੰਬਰ, ਰਿਐਲਿਟੀ 'ਚ ਇਮੈਜਨਰੀ ਨੰਬਰ, ਰਿਐਲਿਟੀ 'ਚ ਇਮੈਜੀਨੇਸ਼ਨ ਦੀ ਕੋਈ ਜਗ੍ਹਾ ਨਹੀਂ। ਕੈਲਕੂਲਸ 'ਚ ਓਇਟਾ ਤੁਸੀਂ ਕਦੇ ਨਹੀਂ ਪੜ੍ਹੋਗੇ, ਰੀਅਲ ਨੰਬਰਸ 'ਚ ਓਇਟਾ ਕਦੇ ਨਹੀਂ ਆਊਗਾ, ਪਲੇਨ ਜਮੈਟਰੀ 'ਚ ਓਇਟਾ ਕਦੇ ਨਹੀਂ ਆਊਗਾ, ਸੋਲਿਡ ਜਮੈਟਰੀ 'ਚ ਓਇਟਾ ਕਦੇ ਨਹੀਂ ਆਊਗਾ, ਭੁੱਲ ਜਾਓ। ਸੋ ਐਮ ਸਕੇਅਰ ਕੀ ਹੋ ਗਿਆ 1। ਸੋ ਐਮ ਦੀਆਂ 2 ਵੈਲਿਊ ਆ ਗਈਆਂ ਇੱਥੇ ਪਲੱਸ -1, ਹੋ ਗਿਆ ਸੋਲਵ। ਸੋ ਸੀ ਇੱਥੇ ਵੈਲਿਊ, ਐਮ ਦੀ ਵੈਲਿਊ 1 ਰੱਖੋ, ਸੀ ਦੀ ਵੈਲਿਊ ਕੀ ਆਊਗੀ 4, ਐਮ ਦੀ ਵੈਲਿਊ -1 ਰੱਖੋ, ਸੀ ਦੀ ਵੈਲਿਊ ਕੀ ਆਊਗੀ -4। ਸੋ ਇਹ 2 ਪੇਅਰ ਬਣ ਗਏ, ਹੈ ਨਾ। ਇਹਨਾਂ ਨਾਲ ਕਈ ਸਟੂਡੈਂਟ ਬੇਵਕੂਫੀ ਕਰਦੇ ਆ, ਪਤਾ ਕੀ? ਉਹ ਕੀ ਕਰਦੇ ਆ, ਚਲੋ ਪਹਿਲਾਂ ਇਹਨੂੰ ਪੁੱਟ ਕਰਾਂ। ਆਪਣੇ ਕੋਲੇ ਕੀ ਬਣ ਗਿਆ? ਆਪਣੇ ਕੋਲੇ ਇਕੁਏਸ਼ਨ mx ਪਲੱਸ c ਸੀ ਨਾ, ਕੀ ਬਣ ਗਿਆ 1x ਪਲੱਸ 4, ਇੱਕ ਟੇਂਜੈਂਟ ਆ ਗਿਆ, ਦੂਸਰਾ -x -4, ਇਹ ਆ ਗਿਆ ਟੇਂਜੈਂਟ। 2 ਟੇਂਜੈਂਟ ਆ ਗਏ, ਤੁਹਾਡਾ r ਇੱਥੇ ਲਿਖ ਦਿਓ, r ਕਾਮਨ ਟੇਂਜੈਂਟਸ, ਗੱਲ ਖਤਮ ਹੋ ਗਈ। ਹੁਣ ਜਿਹੜੇ ਬੇਵਕੂਫੀ ਕਰਦੇ ਆ ਉਹਨਾਂ ਦੀ ਗੱਲ ਕਰੀਏ। m ਦੀ ਵੈਲਿਊ ਨਾ ਪਲੱਸ -1 ਚੱਕ ਕੇ ਸਿੱਧੀ ਇੱਥੇ ਭਰ ਦੇਣਗੇ ਅਤੇ ਲਿਖ ਦੇਣਗੇ ਬਾਅਦ 'ਚ ਸੀ ਕੀ ਆ +-1। ਅੱਛਾ, ਬਾਅਦ 'ਚ ਜਦੋਂ ਪੇਅਰਿੰਗ ਕਰਦੇ ਆ ਕਿਵੇਂ ਕਰਦੇ? ਐਮ ਦੀ ਵੈਲਿਊ ਪਹਿਲਾਂ 1 ਚੱਕ ਲਈ, ਸੀ ਦੀ ਵੈਲਿਊ 4 ਚੱਕ ਲਈ, ਠੀਕ ਆ। ਇਹ ਪਹਿਲੀ ਐਮ ਦੀ ਹੈ, ਦੂਜੀ ਸੀ ਦੀ ਹੈ ਸਾਰਿਆਂ 'ਚ, ਠੀਕ ਆ। ਫਿਰ ਐਮ ਦੀ ਵੈਲਿਊ 1 ਚੱਕ ਲਈ, ਸੀ ਦੀ -4 ਚੱਕ ਲਈ, ਫਿਰ ਐਮ ਦੀ ਵੈਲਿਊ 1 ਚੱਕ ਲਈ, ਸੀ ਦੀ ਐਮ ਦੀ ਵੈਲਿਊ -1 ਚੱਕ ਲਈ, ਸੀ ਦੀ 4 ਚੱਕ ਲਈ, ਐਮ ਦੀ ਵੈਲਿਊ -1 ਚੱਕ ਲਈ, ਸੀ ਦੀ -4, 4 ਪੇਅਰ ਬਣਾ ਦੇਣਗੇ ਰਾਜੇ, 2 ਬਣਨੇ ਆ। ਧਿਆਨ ਰੱਖਿਓ, ਐਂ ਡਾਇਰੈਕਟ ਨਾ ਭਰ ਦਿਆ ਕਰੋ, ਇੱਥੇ ਕੁਛ ਨਹੀਂ ਫਾਇਦਾ ਇਹਦਾ। ਚਲੋ ਅੱਗੇ ਕਾਮਨ ਟੇਂਜੈਂਟ ਲੱਭਣੇ ਸਿਖਾਤੇ ਆ ਮੈਂ। ਹੁਣ ਮੈਂ ਹੋਰ ਕੁਐਸਚਨ ਦੇਖਾਂ। ਲਾਈਨ ਵਿੱਚ ਆਹ ਦੇਖੋ, ਜਿਹੜਾ 8ਵਾਂ ਕੁਐਸਚਨ ਆ ਰਾਜੇ, ਇਕੁਏਸ਼ਨ ਆਫ ਲਾਈਨ ਵਿਚ ਟੱਚਿਸ ਦਾ ਦਿਸ, ਇਹਨੂੰ ਕਿਵੇਂ ਟੱਚ ਕਰੂਗੀ ਇਕੁਏਸ਼ਨ? ਕਾਮਨ ਟੇਂਜੈਂਟ ਕਹਿ ਰਿਹਾ ਹੈ 8ਵਾਂ, ਕਾਮਨ ਟੇਂਜੈਂਟ ਲੱਭਣ ਨੂੰ ਕਹਿ ਰਿਹਾ ਇਹ। ਬਸ ਇਹ ਇੱਥੇ 8 ਦੀ ਜਗ੍ਹਾ 'ਤੇ 2a ਸਕੇਅਰ ਆ ਗਿਆ, 16 ਦੀ ਜਗ੍ਹਾ 'ਤੇ 8a ਆ ਗਿਆ। ਦੇਖੋ ਨਾ, ਇਹ ਹੁਣ ਇੱਕ ਚੀਜ਼ ਆ, ਬੜੀ ਯੂਨੀਕ ਜਿਹੀ ਚੀਜ਼ ਆ। ਹੁਣ ਤੁਸੀਂ ਕਹੋਗੇ ਸਰ ਇਹ ਵਾਲਾ a ਅਤੇ ਇਹ ਵਾਲਾ a ਅੱਡ ਅੱਡ ਆ, ਇਹ ਅੱਡ ਅੱਡ ਨਹੀਂ ਗੇ, ਕਿਉਂਕਿ ਜਿਹੜੇ ਆਪਾਂ ਆਪ ਮੰਨਦੇ ਆ ਨਾ ਰਾਜੇ, ਉਹ ਅੱਡ ਅੱਡ ਹੁੰਦੇ ਆ। ਇਹ ਜਿਹੜਾ ਕੁਐਸਚਨ ਸੀ ਨਾ, ਇਹਦੇ 'ਚ ਆਹ ਜਿਹੜਾ ਆਪਾਂ ਕੰਪੇਅਰ ਕਰਕੇ, ਇਹ ਵਿੱਚ ਤਾਂ ਨਹੀਂ ਦਿੱਤਾ ਸਟੇਟਮੈਂਟ 'ਚ 4a = 16 ਮੰਨ ਕੇ ਮੈਂ a ਦੀ ਵੈਲਿਊ ਕੱਢੀ, ਹੈ ਨਾ। a ਕੀ ਆ ਗਿਆ 4, ਫਿਰ ਉਹ ਚੱਕ ਕੇ ਇੱਥੇ ਭਰਤਾ, ਠੀਕ ਆ। ਭਾਵੇਂ ਆਹ ਚੀਜ਼ ਨੂੰ ਲਿਖੋ ਹੀ ਨਾ, ਸਿੱਧਾ ਸੀ 4/5 ਲਿਖਤਾ, ਹੈ ਨਾ। ਅਤੇ ਇੱਥੇ a ਸਕੇਅਰ ਇਹ ਸਾਈਡ ਜੀ 'ਤੇ ਲਿਖ ਕੇ ਕੰਡੀਸ਼ਨ ਆਫ ਟੇਂਜੈਂਸੀ ਬਣਾਈ, ਫਿਰ a ਸਕੇਅਰ ਕੱਟ ਕੇ 8 ਲਾਤਾ, ਇਹਨੂੰ ਭਾਵੇਂ ਲਿਖੋ ਹੀ ਨਾ। ਹੁਣ ਦੇਖੋ ਇੱਥੇ a ਆਇਆ, ਨਹੀਂ ਆਇਆ ਨਾ।
ਸੋ ਇੱਥੇ a ਆ ਜਿਹੜਾ ਉਹ ਅੱਡ ਅੱਡ ਸੀ, ਪਰ ਜਿਹੜਾ ਇਹ ਜਦੋਂ ਸਟੇਟਮੈਂਟ 'ਚ ਹੀ ਦੇਤਾ ਕੋਈ ਕੌਂਸਟੈਂਟ ਉਹ ਸੇਮ ਆ। ਦੇਖੋ ਇੱਥੇ ਇਹ ਕੰਡੀਸ਼ਨ ਆਫ ਟੇਂਜੈਂਟ ਲੱਭਣਾ 2a ਸਕੇਅਰ ਦੀ ਜਗ੍ਹਾ 'ਤੇ ਪੁਰਾਣੇ ਕੁਐਸਚਨ ਨਾਲ ਜੇ ਇਹਨੂੰ ਕੰਪੇਅਰ ਕਰੋ 2a ਸਕੇਅਰ ਦੀ ਜਗ੍ਹਾ 'ਤੇ ਕੀ ਆ ਗਿਆ 8 ਅਤੇ 16 ਦੀ ਜਗ੍ਹਾ 'ਤੇ ਕੀ ਆ ਗਿਆ 8a, a ਕੀ ਆਊਗਾ 2 ਇੱਥੋਂ ਹੈ ਨਾ, ਇਹਦੇ 'ਚ 2 ਪੁੱਟ ਕਰਕੇ ਦੇਖੋ ਸੈਟੀਸਫਾਈ ਕਰਦਾ ਬਾਈ। ਸੋ ਠੀਕ ਹੈ ਫਿਰ, ਯਾਨੀ ਕਿ ਇਹਦੇ 'ਚ a ਦੀ ਜਗ੍ਹਾ 'ਤੇ ਜੇ 2 ਭਰ ਦੋ ਤਾਂ ਤੁਹਾਡਾ ਇਹੀ ਕੁਐਸਚਨ ਬਣ ਜਾਂਦਾ। ਸੋ ਇੱਥੇ ਕੀ ਕਰਨਾ ਤੁਸੀਂ a ਨੂੰ a ਹੀ ਮੰਨ ਕੇ ਤੁਰੇ ਜਾਣਾ। ਜਦੋਂ ਪੈਰਾਬੋਲਾ ਆਪਣੇ ਕੋਲੇ y ਸਕੇਅਰ ਇਜ਼ ਇਕੁਅਲ ਟੂ 8ax ਆ, ਇਹਦੇ 'ਤੇ ਟੇਂਜੈਂਟ ਆ ਜਿਹੜਾ y ਇਜ਼ ਇਕੁਅਲ ਟੂ mx ਪਲੱਸ c ਮੰਨਾਂਗੇ। c ਇਹਦਾ ਟੇਂਜੈਂਟ ਕਦੋਂ ਹੋਊ ਜਦੋਂ c ਕਿਹਦੇ ਬਰਾਬਰ ਹੋਊ, ਆਪਾਂ ਪੁਰਾਣਾ ਜਿਹੜਾ ਕੰਡੀਸ਼ਨ ਆਫ ਟੈਂਜੈਂਸੀ ਕੀ ਕੀਤੀ ਹੈ c ਇਜ਼ ਇਕੁਅਲ ਟੂ a/m ਹੋਣਾ ਚਾਹੀਦਾ। ਰਾਜੇ ਇੱਕ ਚੀਜ਼ ਦਾ ਧਿਆਨ ਰੱਖਿਓ, c ਹੈ ਨਾ ਜਿਹੜੀ a ਕੀ ਹੈ, a ਕੀ ਹੁੰਦਾ ਉਦੋਂ ਪੈਰਾਬੋਲਾ ਆ ਹੁੰਦਾ ਜਦੋਂ ਕੰਡੀਸ਼ਨ ਆਫ ਟੈਂਜੈਂਸੀ ਇਹ ਹੁੰਦੀ ਹੈ। ਇਹਨੂੰ ਜੇ ਨਾ ਇਨ ਜਰਨਲ ਯਾਦ ਕਰਨਾ ਹੋਵੇ ਇਹਨੂੰ ਕਿਵੇਂ ਲਿਖੋਗੇ ਤੁਸੀਂ, ਜੇ ਮੰਨ ਲਓ y ਸਕੇਅਰ ਇਜ਼ ਇਕੁਅਲ ਟੂ 4ax ਆ, ਤੁਸੀਂ ਕਹਿੰਦੇ ਹੋ ਵੀ ਆਹ ਲਾਈਨ ਆ ਜੀ ਅਤੇ ਇਹਦੇ 'ਤੇ ਕੰਡੀਸ਼ਨ ਆਫ ਟੈਂਜੈਂਸੀ ਕਹਿੰਦੀ ਆ ਵੀ c a/m ਦੇ ਬਰਾਬਰ। ਮੈਂ ਇਹਨੂੰ ਕਿਵੇਂ ਲਿਖੂੰ, ਮੈਂ ਇਹਨੂੰ ਲਿਖੂੰਗਾ ਕੌਂਸਟੈਂਟ ਟਰਮ ਆਫ ਲਾਈਨ ਜਾਣੀ ਕਿ c should equal to 1/4 of coefficient of x ਦੇ ਕੋਫੀਸ਼ੀਐਂਟ ਦਾ 1/4 ਕਰ ਦਿਓ, ਉਹ ਕੀ ਬਣ ਜਾਊਗਾ a ਐਂਡ ਸਲੋਪ ਆਫ ਲਾਈਨ। ਹੁਣ ਇਹਦੇ ਹਿਸਾਬ ਨਾਲ ਟੇਂਜੈਂਟ ਦੀ ਇਕੁਏਸ਼ਨ c ਬਣਾਓ, ਕੀ ਬਣੂਗਾ c ਕੌਂਸਟੈਂਟ ਟਰਮ ਆਫ ਦ ਲਾਈਨ, ਇਹਨੂੰ ਦੇਖ ਕੇ ਹੀ ਐਂ ਲਿਖ ਲਿਆ ਅੰਗਰੇਜ਼ੀ 'ਚ 1/4 ਆਫ ਕੋਫੀਸ਼ੀਐਂਟ ਆਫ x ਕੀ ਆਊਗਾ 1/4 ਇਹਦਾ 2a ਐਂਡ ਸਲੋਪ ਆਫ ਲਾਈਨ, ਸਲੋਪ ਆਫ ਲਾਈਨ ਕੀ ਆ ਆਹ ਬਣਨਾ ਕਾਕੇ। ਹੁਣ c ਇਜ਼ ਇਕੁਅਲ ਟੂ a/m ਨਾ ਲਿਖ ਦਿਓ ਇੱਥੇ। ਅਤੇ ਕੰਡੀਸ਼ਨ ਆਫ ਸਰਕਲ ਦੀ ਕੰਡੀਸ਼ਨ ਕੀ ਬਣਨੀ ਆ ਆਪਣੇ ਕੋਲ ਕੀ ਸੀਗੀ, ਜੇ ਵੈਸੇ ਲਿਖਣਾ ਹੋਵੇ x ਸਕੇਅਰ ਪਲੱਸ y ਸਕੇਅਰ ਇਜ਼ ਇਕੁਅਲ ਟੂ a ਸਕੇਅਰ ਲਿਖਦੇ ਸੀਗੇ, ਕੀ ਆਉਂਦੀ ਹੁੰਦੀ ਸੀ c ਸਕੇਅਰ a ਸਕੇਅਰ 1 ਪਲੱਸ m ਸਕੇਅਰ। ਜੇ ਦੇਖੋ ਇੱਧਰ c ਸਕੇਅਰ ਰੇਡੀਅਸ ਦਾ ਸਕੇਅਰ, ਇਹ ਕੀ ਸੀ ਕੌਂਸਟੈਂਟ ਟਰਮ ਹੈ ਨਾ, ਜੇ ਇਹਨੂੰ ਥੋੜ੍ਹਾ ਡੀਪ ਜਾ ਕੇ ਲਿਖੋ ਇਹ ਆ ਗਈ ਕੌਂਸਟੈਂਟ ਟਰਮ ਆਫ ਲਾਈਨ ਦਾ ਸਕੇਅਰ ਕਿਹਦੇ ਬਰਾਬਰ ਆ ਰੇਡੀਅਸ ਦਾ ਸਕੇਅਰ 1 ਪਲੱਸ ਸਲੋਪ ਆਫ ਲਾਈਨ ਦਾ ਸਕੇਅਰ, ਇਹੀ ਆ ਨਾ। ਹੁਣ ਬਣਾਓ ਸਰਕਲ ਕਿਹੜਾ x ਸਕੇਅਰ y ਸਕੇਅਰ ਇਜ਼ ਇਕੁਅਲ ਟੂ 2a ਸਕੇਅਰ, ਕੌਂਸਟੈਂਟ ਟਰਮ ਲਾਈਨ ਦੀ ਕੀ ਆ c, ਰੇਡੀਅਸ ਦਾ ਸਕੇਅਰ ਆਹੀ ਹੁੰਦਾ ਨਾ 2a ਸਕੇਅਰ, ਰੇਡੀਅਸ ਦਾ ਸਕੇਅਰ 1 ਪਲੱਸ ਸਲੋਪ ਦਾ ਸਕੇਅਰ, ਸਲੋਪ ਕੀ ਹੈ 1 ਪਲੱਸ m ਸਕੇਅਰ। ਲਓ ਆਹ ਬਣਨੀ ਹੈ। ਹੁਣ ਇਹ c ਦੀ ਵੈਲਿਊ ਚੱਕ ਕੇ ਇੱਥੇ ਭਰਿਓ, ਸੋਲਵ ਕਰਿਓ, ਫਿਰ ਤੁਹਾਡਾ ਸੋਲਵ ਹੋਊਗਾ। m ਦੀ ਵੈਲਿਊ ਕੱਢਣੀ ਆ, m ਦੀ ਵੈਲਿਊ ਕੱਢ ਕੇ ਫਿਰ ਇੱਥੇ ਪੁੱਟ ਕਰਨੀ ਆ, c ਦੀਆਂ 2 ਵੈਲਿਊ ਆਉਣਗੀਆਂ ਫਿਰ ਇੱਥੇ ਕਰਨੀ ਆ, ਉਹ ਤੁਹਾਡਾ ਕੁਐਸਚਨ ਹੋ ਜਾਊਗਾ। ਠੀਕ ਹੈ, ਕਾਮਨ ਟੇਂਜੈਂਟ ਇਹ ਯਾਦ ਰੱਖਿਓ ਬਸ। ਆਹ ਇਕੁਏਸ਼ਨਾਂ ਤੁਹਾਨੂੰ ਬਣਾਤੀਆਂ ਦੋ, ਇੱਥੇ c ਦੀ ਵੈਲਿਊ ਇੱਥੇ ਰੱਖੋਗੇ ਕੀ ਆਊਗਾ 2a/m, ਇੱਥੇ ਕੀ ਆ ਗਿਆ 2a ਸਕੇਅਰ 1 ਪਲੱਸ m ਸਕੇਅਰ ਹੈ ਨਾ, ਇਹ 2 ਨਾਲ 2 ਕੱਟਿਆ ਗਿਆ, a ਨਾਲ a ਕੱਟਿਆ ਗਿਆ, ਕੀ ਆਊਗਾ 1 ਪਲੱਸ m ਸਕੇਅਰ, ਇੱਥੇ c ਸਕੇਅਰ ਆਉਂਦਾ ਹੁੰਦਾ ਨਾ, ਸੌਰੀ c ਸਕੇਅਰ ਆਉਂਦਾ ਹੁੰਦਾ, ਫਿਰ ਠੀਕ ਆ। c ਸਕੇਅਰ 'ਚ ਪੁੱਟ ਕਰੋਗੇ ਕੀ ਆਊਗਾ 2a/m ਦਾ ਹੋਲ ਸਕੇਅਰ, ਇੱਧਰ ਕੀ ਹੈ 2a ਸਕੇਅਰ 1 ਪਲੱਸ m ਸਕੇਅਰ, ਕੀ ਬਣ ਜੂਗਾ ਇਹ 4/m ਸਕੇਅਰ a ਸਕੇਅਰ 2a ਸਕੇਅਰ 1 ਪਲੱਸ m ਸਕੇਅਰ, a ਸਕੇਅਰ ਨਾਲ a ਸਕੇਅਰ ਕੱਟਿਆ ਗਿਆ, ਫਿਰ ਇੱਥੇ ਕੀ ਰਹਿ ਜੂਗਾ 2 ਨਾਲ 2 ਕੱਟਿਆ ਗਿਆ, ਇਹ ਆਏਗਾ 2m ਦੀ 4 ਪਲੱਸ m ਸਕੇਅਰ। ਇਹਨੂੰ ਸੋਲਵ ਕਰਨਾ ਹੁਣ m ਦੀ 4 ਪਲੱਸ m ਸਕੇਅਰ ਨੂੰ ਕਿਵੇਂ ਸੋਲਵ ਕਰਨਾ, ਉਵੇਂ ਹੀ ਜਿਵੇਂ t ਨੂੰ m ਸਕੇਅਰ ਮੰਨ ਲਿਆ ਸੀ ਕਰ ਲਓਗੇ ਮੈਨੂੰ ਲੱਗਦਾ ਇਹਨੂੰ। ਅਤੇ ਜਦੋਂ ਵੈਲਿਊ ਆ ਗਈ m ਦੀ ਇੱਥੇ ਭਰ ਦੇਣੀ ਆ, 2 ਵੈਲਿਊ m ਦੀਆਂ ਆਉਣਗੀਆਂ, 2 ਹੀ c ਦੀਆਂ ਆਉਣਗੀਆਂ, ਫਿਰ ਵਾਰੀ ਵਾਰੀ ਇਹਦੇ 'ਚ ਭਰ ਦਿਓ, 2 ਟੇਂਜੈਂਟ ਆ ਗਏ। ਚਲੋ ਬਾਕੀ ਕੱਲ੍ਹ ਨੂੰ ਕਰਾਂਗੇ, ਅੱਧੇ ਘੰਟੇ ਦੇ 2 ਲੈਕਚਰ ਬਹੁਤ ਆ, ਪਾਰਟ 2 ਵੀ ਕੰਪਲੀਟ ਹੋ ਗਿਆ।